ਅੱਜ ਦੇ ਪਾਵਨ ਵਿਚਾਰ ਪਾਵਨ ਅੰਕ 345 ਦੇ ਉੱਤੋਂ ਬਾਬਾ ਨਾਮਦੇਵ ਜੀ ਦੀ ਪਾਵਨ ਬਾਣੀ ਤੋਂ ਆਰੰਭਤਾ ਹੈ ਜੀ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਗੌੜੀ ਚੇਤੀ ਬਾਣੀ ਨਾਮਦੇਵ ਜੀ ਕੀ। ਇਕ ਓੰਕਾਰ ਸਤ ਗੁਰ ਪ੍ਰਸਾਦ। ਰਾਗ ਗੌੜੀ ਚੇਤੀ। ਚੇਤੀ ਇਸ ਦੀ ਕਿਸਮ ਹੈ, ਜਿਵੇਂ ਗੁਆਰੇਰੀ ਹੈ, ਪੂਰਬੀ ਹੈ, ਇਸੇ ਤਰ੍ਹਾਂ ਰਾਗ ਗੌੜੀ ਚੇਤੀ ਵੀ ਹੈ। ਬਾਣੀ ਨਾਮਦੇਵ ਜੀ ਕੀ ਭਾਵ ਭਗਤ ਨਾਮਦੇਵ ਜੀ ਦੀ ਪਾਵਨ ਬਾਣੀ ਇੱਥੋਂ ਆਰੰਭ ਹੋ ਰਹੀ ਹੈ। ਬਾਬਾ ਕਬੀਰ ਸਾਹਿਬ ਜੀ ਦੀ ਬਾਣੀ ਇੱਥੋਂ ਤੱਕ ਜਿਹੜੀ ਉਹ ਪੂਰਨ ਹੋ ਚੁੱਕੀ ਹੈ ਇਸ ਰਾਗ ਦੇ ਅੰਦਰ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਅਕਾਲ ਪੁਰਖ ਇੱਕ ਹੈ, ਸੱਚਾ ਹੈ ਅਤੇ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਦੇਵਾ ਪਾਹਨ ਤਾਰੀਲੇ ਰਾਮ ਕਹਿਤ ਜਨ ਕਸ ਨਾ ਤਰੇ ਰਹਾਉ। ਪਹਿਲਾ ਪਦਾ ਹੀ ਇਹ ਰਹਾਉ ਦਾ ਬੰਧ ਹੈ। ਦੇਵਾ ਹੇ ਦੇਵ, ਹੇ ਪ੍ਰਕਾਸ਼ ਸਰੂਪ ਪ੍ਰਭੂ ਮਾਲਕ। ਪਾਹਨ ਤਾਰੀਲੇ, ਪਾਹਨ ਤੋਂ ਭਾਵ ਪੱਥਰ, ਤਾਰੀਲੇ ਤਾਰੇ ਗਏ, ਤਾਰ ਦਿੱਤੇ, ਤਰਾ ਦਿੱਤੇ ਕਿ ਹੇ ਪ੍ਰਭੂ ਉਹ ਪੱਥਰ ਵੀ ਸਮੁੰਦਰ ਉੱਤੇ ਤੂੰ ਤਰਾ ਦਿੱਤੇ ਹੈ ਜਿਹਦੇ ਉੱਤੇ ਤੇਰਾ ਨਾਮ ਲਿਖਿਆ। ਭਾਵ ਕਿ ਤੂੰ ਚਾਹੇ ਤੇ ਉਹ ਸਰੀਰ, ਉਹ ਜੀਵਨ ਜਿਹੜੇ ਪੱਥਰ ਰੂਪ ਹੋ ਚੁੱਕੇ ਹਨ ਉਹਨਾਂ ਨੂੰ ਵੀ ਤੂੰ ਤਾਰ ਦਿੰਦਾ ਹੈ। ਭਾਵ ਜਿਨ੍ਹਾਂ ਦੇ ਜੀਵਨ ਦੇ ਵਿੱਚ ਤੇਰਾ ਨਾਮ ਲਿਖਿਆ ਜਾਂਦਾ, ਜਿਨ੍ਹਾਂ ਦੇ ਹਿਰਦੇ ਵਿੱਚ ਤੂੰ ਵਸ ਜਾਂਦਾ ਹੈ। ਰਾਮ ਕਹਿਤ ਜਨ ਕਸ ਨਾ ਤਰੇ, ਕਿ ਭਲਾ ਉਹ ਮਨੁੱਖ ਸੰਸਾਰ ਸਮੁੰਦਰ ਤੋਂ ਕਿਉਂ ਨਹੀਂ ਤਰਨਗੇ ਜੋ ਤੇਰਾ ਨਾਮ ਸਿਮਰਦੇ ਹਨ। ਕਹਿਣ ਦਾ ਭਾਵ ਇੱਥੇ ਇੱਕ ਉਦਾਹਰਣ ਲਈ ਗਈ ਹੈ ਕਿ ਸਮੁੰਦਰ ਦੇ ਵਿੱਚ ਪੁਰਾਣੀ ਇੱਕ ਗਾਥਾ ਹੈ ਕਿ ਜਦੋਂ ਸਮੁੰਦਰ ਦੇ ਵਿੱਚ ਪੁਲ ਬਣਾਉਣਾ ਸੀ ਲੰਕਾ ਜਾਣ ਵਾਸਤੇ, ਤੇ ਉਦੋਂ ਰਾਮ ਕਹਿ ਕੇ ਜਿਹੜਾ ਹੈ ਉਹ ਪੱਥਰ ਸੁੱਟੇ ਗਏ ਤੇ ਉਹ ਤੈਰਨ ਲੱਗ ਪਏ। ਹੁਣ ਹੈ ਇੱਕ ਗਾਥਾ ਹੈ, ਸੱਚਾਈ ਹੈ ਜਾਂ ਨਹੀਂ ਹੈ ਇਹਦੇ ਨਾਲ ਸਾਡਾ ਲੈਣਾ ਦੇਣਾ ਨਹੀਂ। ਜਿਨ੍ਹਾਂ ਦਾ ਧਰਮ ਮੁਬਾਰਕ ਉਹਨਾਂ ਨੂੰ, ਬਹੁਤ ਚੰਗੀ ਗੱਲ ਹੈ ਕਿ ਰੱਬ ਦਾ ਨਾਮ ਲਿਖਿਆ ਪੱਥਰ ਵੀ ਤੈਰਨ ਲੱਗ ਜਾਂਦੇ। ਹੁਣ ਕਹਿਣ ਲੱਗੇ ਇੱਥੇ ਰਾਮ ਕਹਿਤ ਜਨ ਕਸ, ਕਸ ਭਾਵ ਕਿਉਂ ਨਹੀਂ ਤਰਨਗੇ। ਕਹਿੰਦੇ ਕਿ ਜਿਨ੍ਹਾਂ ਦੇ ਹਿਰਦੇ ਵਿੱਚ ਜਿਹੜੇ ਤੇਰਾ ਨਾਮ ਸਿਮਰਦੇ ਫਿਰ ਉਹ ਕਿਉਂ ਨਾ ਇਸ ਸੰਸਾਰ ਰੂਪ ਸਮੁੰਦਰ ਤੋਂ ਤਰਨਗੇ। ਜੇ ਪੱਥਰ ਤੇ ਨਾਮ ਲਿਖਿਆ, ਜੇ ਪੱਥਰ ਤੈਰਨ ਲੱਗਦੇ ਐ, ਤੇ ਜਿਹੜੇ ਰੱਬਾ ਤੇਰਾ ਨਾਮ ਲੈਂਦੇ ਐ, ਇਹ ਮਾਲਕ ਪਰਮੇਸ਼ਰ ਤੈਨੂੰ ਜਪਦੇ ਐ, ਤੈਨੂੰ ਧਿਆਉਂਦੇ ਐ, ਕਸ ਨਾ ਤਰੇ, ਉਹ ਕਿਉਂ ਨਹੀਂ ਤੈਰਨਗੇ। ਭਾਵ ਉਹ ਵੀ ਇਸ ਸੰਸਾਰ ਸਮੁੰਦਰ ਤੋਂ, ਵਿਕਾਰਾਂ ਭਰੇ ਸਮੁੰਦਰ ਤੋਂ ਪਾਰ ਲੰਘ ਜਾਣਗੇ। ਰਹਾਉ ਤਾਰੀਲੇ ਕਨਿਕਾ ਬਿਨ ਰੂਪ ਕੁਬਿਝਾ, ਬਿਆਦ ਅਜਾਮਲ ਤਾਰੀਲੇ। ਚਰਨ ਬਦਿਕ ਜਨ ਤਿਉ ਮੁਕਤ ਭਏ, ਹਉ ਬਲ ਬਲ ਜਿਨ ਰਾਮ ਕਹੇ। ਹੁਣ ਇੱਥੇ ਬਾਬਾ ਨਾਮਦੇਵ ਜੀ, ਕਿਉਂਕਿ ਉਹ ਉਸੇ ਇਲਾਕੇ ਦੇ ਰਹਿਣ ਵਾਲੇ, ਬਹੁਤਾਤ ਅਜਿਹਾ ਹੀ ਧਰਮ ਜਿਹੜਾ ਉਸ ਸਮੇਂ ਆਸੇ ਪਾਸੇ ਉਹਨਾਂ ਦੇ ਇਹੀ ਗੱਲਾਂ ਨੇ, ਇਹੀ ਜਿਹੜਾ ਹੈ ਸਭ ਗਥਾਵਾਂ ਦਾ, ਧਰਮਾਂ ਦਾ ਜਾਂ ਪੁਰਾਤਨ ਵੇਦਾਂ ਗ੍ਰੰਥਾਂ ਆਦਿ ਦਾ ਪ੍ਰਚਾਰ ਹੈ। ਹੁਣ ਇੱਥੇ ਫਿਰ ਇੱਥੇ ਤਾਰੀਲੇ ਗਨਕਾ ਬਿਨ ਰੂਪ ਕੁਬਿਝਾ, ਬਿਆਦ ਅਜਾਮਲ ਤਾਰੀਲੇ। ਹੁਣ ਕਹਿਣ ਲੱਗੇ ਕਿ ਹੇ ਪ੍ਰਭੂ ਤੂੰ ਮੰਦ ਕਰਮਨ ਵੇਸਵਾ ਜਿਹੜੀ ਹੈ, ਗਨਕਾ ਹੈ, ਉਹ ਵਿਕਾਰਾਂ ਤੋਂ ਬਚਾ ਲਈ ਹੈ, ਅਤੇ ਤੂੰ ਰੂਪ ਕੁਬਿਝਾ ਦਾ ਕੋਝ ਦੂਰ ਕਰ ਦਿੱਤਾ ਹੈ, ਅਤੇ ਤੂੰ ਵਿਕਾਰਾਂ ਵਿੱਚ ਗਲੇ ਹੋਏ ਅਜਾਮਲ ਨੂੰ ਵੀ ਤਾਰ ਦਿੱਤਾ ਹੈ। ਸਾਰਿਆਂ ਦੀ ਗਾਥਾ ਬਾਰੇ ਅਸੀਂ ਜਾਣਦੇ ਹਾਂ, ਅਜਾਮਲ ਬਾਰੇ ਵੀ, ਕੁਬਿਝਾ ਬਾਰੇ ਵੀ, ਗਨਕਾ ਬਾਰੇ ਵੀ, ਕਿਸ ਤਰ੍ਹਾਂ
ਮਾਲਕ ਦਾ ਨਾਮ ਸੁਣ ਕੇ, ਭਾਵ ਇੱਕ ਤੋਤੇ ਤੋਂ ਨਾਮ ਸੁਣ ਕੇ ਹੀ ਗਨਕਾ ਤਰ ਗਈ, ਹੈ ਨਾ। ਕਹਿਣ ਦਾ ਭਾਵ ਕਿ ਇੰਨੀ ਕੁ ਤਾਕਤ ਹੈ ਕਿ ਭਾਵੇਂ ਉਹ ਤਰੇ ਜਾਂ ਨਹੀਂ, ਸੱਚ ਹੈ ਜਾਂ ਨਹੀਂ, ਸਾਨੂੰ ਨਹੀਂ ਇਸ ਨਾਲ ਮਤਲਬ। ਕਹਿਣ ਦਾ ਭਾਵ ਜਿਹੜੇ ਤੇਰਾ ਨਾਮ ਸੁਣਦੇ ਆ ਨਾ, ਉਹ ਭਾਵੇਂ ਜਿੰਨੇ ਮਰਜ਼ੀ ਮੰਦਕਰਮੀ ਹੋਣ, ਜੇ ਤੇਰਾ ਨਾਮ ਸੁਣਦੇ ਐ ਤੇ ਉਹ ਤੈਰ ਜਾਂਦੇ ਐ, ਉਸ ਸੰਸਾਰ ਤੋਂ, ਵਿਕਾਰਾਂ ਭਰੇ ਮੰਦੇ ਕਰਮਾਂ ਤੋਂ ਬਚ ਜਾਂਦੇ ਨੇ। ਚਰਨ ਬਦਿਕ ਜਨ ਤੇਊ ਮੁਕਤ ਭਏ ਆਖਣ ਲੱਗੇ। ਹੁਣ ਚਰਨ ਬਦਿਕ, ਬਦਿਕ ਭਾਵ ਨਿਸ਼ਾਨਾ ਮਾਰਨ ਵਾਲਾ ਜਿਹੜਾ ਬਦਿਕ ਹੁੰਦਾ ਹੈ, ਸ਼ਿਕਾਰੀ ਹੁੰਦਾ ਹੈ। ਚਰਨ ਬਦਿਕ ਉਹ ਸ਼ਿਕਾਰੀ ਜਿਸ ਨੇ ਹਰਨ ਦੇ ਭੁਲੇਖੇ ਕ੍ਰਿਸ਼ਨ ਜੀ ਦੇ ਪੈਰਾਂ 'ਚ ਨਿਸ਼ਾਨਾ ਮਾਰਿਆ ਹੋਇਆ ਸੀ ਨਾ, ਕਿ ਮਾਰਨਾ ਤੇ ਹਿਰਨ ਨੂੰ ਸੀ, ਪਰ ਉਹਨੇ ਸ਼ਿਕਾਰੀ ਨੇ ਨਿਸ਼ਾਨਾ ਜਿਹੜਾ ਕ੍ਰਿਸ਼ਨ ਜੀ ਦੇ ਪੈਰਾਂ ਵਿੱਚ ਮਾਰ ਦਿੱਤਾ। ਕਹਿਣ ਲੱਗੇ ਕ੍ਰਿਸ਼ਨ ਜੀ ਦੇ ਪੈਰਾਂ ਵਿੱਚ ਨਿਸ਼ਾਨਾ ਮਾਰਨ ਵਾਲਾ ਸ਼ਿਕਾਰੀ ਅਤੇ ਅਜਿਹੇ ਕਈ ਵਿਕਾਰੀ ਬੰਦੇ ਤੇਰੀ ਮਿਹਰ ਨਾਲ ਮੁਕਤ ਹੋ ਗਏ। ਕਹਿਣ ਦਾ ਭਾਵ ਕਿ ਜਿੰਨੇ ਮਰਜ਼ੀ ਮੰਦਕਰਮੀ ਨੇ, ਪਰ ਜਦੋਂ ਤੇਰੀ ਮਿਹਰ ਹੋ ਜਾਂਦੀ ਹੈ, ਤੇਰਾ ਨਾਮ ਜਪਦੇ ਧਿਆਉਂਦੇ, ਤੇ ਉਹ ਤਰ ਜਾਂਦੇ ਨੇ। ਹਉ ਬਲ ਬਲ ਜਿਨ ਰਾਮ ਕਹੇ, ਮੈਂ ਸਦਕੇ ਹਾਂ ਉਹਨਾਂ ਤੋਂ ਜਿਨ੍ਹਾਂ ਨੇ ਮਾਲਕ ਪ੍ਰਭੂ ਦਾ ਨਾਮ ਸਿਮਰਿਆ ਹੈ। ਦਾਸੀ ਸੁਤ ਜਨ ਬਿਦਰ ਸੁਦਾਮਾ, ਉਗਰ ਸੈਨ ਕੋ ਰਾਜ ਦੀਏ। ਜਪਹੀਨ ਤਪਹੀਨ ਕੁਲਹੀਨ ਕ੍ਰਮਹੀਨ, ਨਾਮੇ ਕੇ ਸੁਆਮੀ ਤਿਉ ਤਰੇ। ਹਾਂਜੀ, ਕੁਬਿਜਾ ਬਾਰੇ ਦੱਸ। ਕੁਬਿਜਾ ਸੀ ਜਿਹੜੀ, ਇਹ ਇੱਕ ਜਵਾਨ ਲੜਕੀ ਕੰਸ ਦੀ ਗੋਲੀ ਸੀ, ਪਰ ਹੈ ਇਹ ਕੁੱਬੀ ਸੀ। ਕੁੱਬੀ ਸੀ ਪਰ ਹੈ ਉਹਦੀ ਗੋਲੀ ਸੀ। ਜਦੋਂ ਕ੍ਰਿਸ਼ਨ ਜੀ ਤੇ ਬਲਰਾਮ ਮਥੁਰਾ ਨੂੰ ਜਾ ਰਹੇ ਸਨ, ਇਹ ਕੁਬਿਜਾ ਕੰਸ ਵਾਸਤੇ ਸੁਗੰਧੀ ਦਾ ਸਮਾਨ ਲਈ ਜਾਂਦੀ ਸੀ, ਤੇ ਰਾਮ ਜੀ, ਕ੍ਰਿਸ਼ਨ ਜੀ ਤੇ ਬਲਰਾਮ ਜੀ ਨੂੰ ਇਹ ਫਿਰ ਰਸਤੇ ਦੇ ਵਿੱਚ ਮਿਲੀ, ਤੇ ਕ੍ਰਿਸ਼ਨ ਜੀ ਦੇ ਮੰਗਣ ਤੇ ਇਸ ਨੇ ਕੁਝ ਅਤਰ ਇਹਨਾਂ ਨੂੰ ਵੀ ਦੇ ਦਿੱਤਾ। ਸੁਗੰਧੀ ਜਿਹੜੀ ਲੈ ਕੇ ਜਾ ਰਹੀ ਸੀ, ਫੁੱਲ ਆਦਿਕ ਇਤਰ ਜੋ ਵੀ ਸੀ, ਉਹ ਕ੍ਰਿਸ਼ਨ ਜੀ ਨੇ ਮੰਗਿਆ ਤੇ ਇਹਨੇ ਕ੍ਰਿਸ਼ਨ ਜੀ ਨੂੰ ਵੀ ਦੇ ਦਿੱਤਾ। ਤੇ ਫਿਰ ਕ੍ਰਿਸ਼ਨ ਜੀ ਨੇ ਇਸ ਤੋਂ ਪ੍ਰਸੰਨ ਹੋ ਕੇ ਫਿਰ ਇਹਦਾ ਕੁੱਬ ਦੂਰ ਕਰ ਦਿੱਤਾ, ਜਿਸ ਕਰਕੇ ਉਹ ਇੱਕ ਸੁੰਦਰ ਕੁਮਾਰੀ ਦਿਸਣ ਲੱਗ ਪਈ। ਇਹ ਕੁਬਿਜਾ ਸੀ। ਭਾਵ ਕਹਿਣ ਦਾ ਭਾਵ ਕਿ ਜਿਹਨੇ ਥੋੜ੍ਹਾ ਜਿਹਾ ਵੀ ਉਸ ਰੱਬ ਦਾ ਕੀਤਾ, ਉਹ ਸਦਾ ਲਈ ਮਾਲਕ ਨੇ ਤਾਰ ਦਿੱਤੇ। ਇਹ ਸਾਰੀਆਂ ਉਦਾਹਰਨਾਂ ਲਈਆਂ ਜਾ ਰਹੀਆਂ ਨੇ ਰੱਬ ਦਾ ਨਾਮ ਧਿਆਉਣ ਦੇ ਲਈ, ਕਿ ਮਾਲਕ ਐਸਾ ਹੈ, ਉਹ ਇਸ ਤਰ੍ਹਾਂ ਕਰ ਦਿੰਦਾ 1 ਮਿੰਟ ਵਿੱਚ। ਦਾਸੀ ਸੁਤ ਜਨ ਬਿਦਰ ਸੁਦਾਮਾ। ਦਾਸੀ ਸੁਤ ਭਾਵ ਦਾਸੀ ਦਾ ਸੁੱਤ, ਗੋਲੀ ਦਾ ਪੁੱਤਰ। ਆਖਣ ਲੱਗੇ ਜਨ ਤੇਰਾ ਭਗਤ, ਬਿਦਰ ਭਾਵ ਵਿਆਸ ਦੀ ਆਸ਼ੀਰਵਾਦ ਨਾਲ ਗੋਲੀ ਦੇ ਪੇਟੋਂ ਪੁੱਤਰ ਮਾਂਡੂ ਦਾ ਛੋਟਾ ਭਰਾ ਇਹ ਕ੍ਰਿਸ਼ਨ ਜੀ ਦਾ ਭਗਤ ਸੀ। ਭਾਵ ਕਿ ਵਿਆਸ ਰਿਸ਼ੀ ਦੇ ਕਹਿਣ ਦੇ ਨਾਲ ਗੋਲੀ ਦੇ ਪੇਟੋਂ ਇਹ ਜੰਮਿਆ ਸੀ। ਬਿਦਰ ਸੁਦਾਮਾ, ਸੁਦਾਮੇ ਬਾਰੇ ਅਸੀਂ ਸਾਰੇ ਜਾਣਦੇ ਕਿ ਕ੍ਰਿਸ਼ਨ ਜੀ ਦਾ ਇਹ ਮਿੱਤਰ ਸੀ, ਜਿਹੜਾ ਬਹੁਤ ਜ਼ਿਆਦਾ ਗਰੀਬ ਸੀ। ਤੇ ਫਿਰ ਇਸੇ ਤਰ੍ਹਾਂ ਉਹ ਸਾਰੀ ਗਾਥਾ ਕਿ ਚੌਲਾਂ ਦੀ ਮੁੱਠ ਦੇ ਨਾਲ ਕਿਸ ਤਰ੍ਹਾਂ ਫਿਰ ਉਹ ਦੁਆਰਕਾ ਹਾਜ਼ਰ ਹੁੰਦਾ ਹੈ, ਤੇ ਮਾਲਕ ਫਿਰ ਭਾਵ ਕ੍ਰਿਸ਼ਨ ਜੀ ਉਹਦੇ ਉੱਤੇ ਮਿਹਰ ਕਰਦੇ। ਹੁਣ ਆਖਣ ਲੱਗੇ ਉਗਰਸੈਨ ਕੋ ਰਾਜ ਦੀਏ। ਅਖੀਰ ਤੇ ਫਿਰ ਜਿਹੜਾ ਉਗਰਸੈਨ ਕੰਸ ਦਾ ਪਿਓ ਸੀ, ਕੰਸ ਦਾ ਪਿਓ ਉਗਰਸੈਨ, ਤੇ ਉਗਰਸੈਨ ਨੇ ਆਪਣੇ ਭਾਵ ਪਿਓ ਨੂੰ ਆਪਣੇ ਤਖਤ ਤੋਂ ਲਾ ਕੇ ਉਹਨੂੰ ਕੈਦ ਕਰ ਲਿਆ ਸੀ ਤੇ ਆਪ ਰਾਜ ਕਰਨ ਲੱਗ ਪਿਆ ਸੀ। ਫਿਰ ਕੰਸ ਨੂੰ ਕ੍ਰਿਸ਼ਨ ਜੀ ਨੇ ਜਦੋਂ ਮਾਰਿਆ, ਮਾਰਨ ਤੋਂ ਬਾਅਦ ਫਿਰ ਉਹ ਰਾਜ ਕੰਸ ਦੇ ਪਿਓ ਨੂੰ ਵਾਪਸ ਦਿੱਤਾ। ਹੁਣ ਇੱਥੇ ਕਹਿਣ ਲੱਗੇ ਕਿ ਹੇ ਪ੍ਰਭੂ, ਗੋਲੀ ਦਾ ਪੁੱਤਰ ਬਿਦਰ ਤੇਰਾ ਪ੍ਰਸਿੱਧ ਭਗਤ ਹੋਇਆ ਹੈ। ਸੁਦਾਮਾ, ਇਸ ਦਾ ਵੀ ਤੂੰ ਦਲਿੱਦਰ ਕੱਟਿਆ, ਇਹਦੀ ਵੀ ਗਰੀਬੀ ਤੂੰ ਦੂਰ ਕੀਤੀ ਹੈ, ਅਤੇ ਉਗਰਸੈਨ ਨੂੰ ਤੂੰ ਬਖਸ਼ਿਸ਼ ਕਰਕੇ ਮਿਹਰ ਕਰਕੇ ਉਹਦਾ ਰਾਜ ਵੀ ਵਾਪਸ ਕਰ ਦਿੱਤਾ ਹੈ। ਜਪਹੀਨ ਤਪਹੀਨ ਕੁਲਹੀਨ ਕ੍ਰਮਹੀਨ, ਨਾਮੇ ਕੇ ਸੁਆਮੀ ਤੇਉ ਤਰੇ। ਹੈ ਨਾਮਦੇਵ ਦੇ ਸੁਆਮੀ, ਤੇਰੀ ਕਿਰਪਾ ਨਾਲ ਉਹ ਤਰ ਗਏ ਜਿਨ੍ਹਾਂ ਕੋਈ ਜਪ ਨਹੀਂ ਕੀਤੇ। ਜਪਹੀਨ, ਜਿਹੜੇ ਜਪ ਤੋਂ ਹੀਣੇ,
ਤਪਹੀਨ ਜਿਨ੍ਹਾਂ ਨੇ ਕੋਈ ਤਪ ਨਹੀਂ ਸਾਧੇ, ਅਤੇ ਕੁਲਹੀਨ ਕਹਿੰਦੇ ਜਿਨ੍ਹਾਂ ਦੀ ਕੋਈ ਉੱਚੀ ਕੁਲ ਵੀ ਨਹੀਂ ਸੀ, ਕਰਮਹੀਨ ਕਹਿੰਦੇ ਜਿਨ੍ਹਾਂ ਨੇ ਕੋਈ ਚੰਗੇ ਕਰਮ ਵੀ ਨਹੀਂ ਕੀਤੇ, ਪਰ ਜਿਨ੍ਹਾਂ ਤੇ ਤੇਰੀ ਮਿਹਰ ਹੋ ਗਈ ਉਹ ਸਾਰੇ ਤਰ ਗਏ। ਇਸ ਕਰਕੇ ਕਹਿਣ ਦਾ ਭਾਵ ਉਦਾਹਰਨਾਂ ਸਾਰੀਆਂ ਲਈਆਂ ਜਾ ਰਹੀਆਂ, ਪਰ ਜੋੜਿਆ ਮਾਲਕ ਦੇ ਨਾਲ ਜਾ ਰਿਹਾ ਕਿ ਇਹ ਸਾਰੀ ਤੇਰੀ ਹੀ ਬਖਸ਼ਿਸ਼ ਰਹਿਮਤ ਹੈ। ਰਾਗ ਗੌੜੀ ਰਵਿਦਾਸ ਜੀ ਕੇ ਪਦੇ, ਗੌੜੀ ਗੁਆਰੀ ਰੀ। ਇਕ ਓੰਕਾਰ ਸਤਿਨਾਮ, ਕਰਤਾ ਪੁਰਖ ਗੁਰ ਪ੍ਰਸਾਦ। ਹੁਣ ਇੱਥੇ ਰਾਗ ਗੌੜੀ ਰਵਿਦਾਸ ਜੀ ਕੇ ਪਦੇ, ਗੌੜੀ ਗੁਆਰੀ ਦੀ ਕਿ ਰਾਗ ਗੌੜੀ ਹੈ, ਅਤੇ ਗੌੜੀ ਰਾਗ ਦੇ ਵਿੱਚ ਗੌੜੀ ਗੁਆਰੀ ਦੀ ਦੇ ਅੰਦਰ ਬਾਬਾ ਭਗਤ ਰਵਿਦਾਸ ਜੀ ਦੇ ਜਿਹੜੇ ਪਦੇ ਨੇ ਉਹ ਆਰੰਭ ਹੋ ਰਹੇ ਨੇ, ਭਾਵ ਬਾਬਾ ਰਵਿਦਾਸ ਜੀ ਦੀ ਪਾਵਨ ਬਾਣੀ ਆਰੰਭ ਹੋ ਰਹੀ ਹੈ। ਇੱਕ ਓੰਕਾਰ ਸਤਨਾਮ, ਮਾਲਕ ਇੱਕ ਹੈ, ਉਹ ਸੱਚੇ ਨਾਮ ਵਾਲਾ ਹੈ। ਕਰਤਾ ਪੁਰਖ ਉਹ ਸ੍ਰਿਸ਼ਟੀ ਦਾ ਰਚਨਹਾਰ ਹੈ ਤੇ ਵਿੱਚ ਪੂਰਿਆ ਹੋਇਆ। ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ ਐਸਾ ਮਾਲਕ ਮਿਲਦਾ ਹੈ। ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਿਲਤਾ ਜਨਮ ਕੁਭਾਂਤੀ। ਰਾਮ ਗੁਸਈਆ ਜੀ ਕੇ ਜੀਵਨਾ, ਮੋਹਿ ਨਾ ਬਿਸਾਰੋ ਮੈਂ ਜਨ ਤੇਰਾ ਰਹਾਉ। ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਆਖਣ ਲੱਗੇ ਪੋਚ ਤੋਂ ਭਾਵ ਮਾੜੀ ਨੀਚ, ਸੋਚ ਭਾਵ ਚਿੰਤਾ ਫਿਕਰ। ਹੇ ਪ੍ਰਭੂ ਦਿਨ ਰਾਤ ਮੈਨੂੰ ਇਹੀ ਸੋਚ ਰਹਿੰਦੀ ਹੈ, ਇਹੀ ਫਿਕਰ ਰਹਿੰਦੀ ਹੈ, ਇਹੀ ਚਿੰਤਾ ਰਹਿੰਦੀ ਕਿ ਮੇਰਾ ਬਣੇਗਾ ਕੀ, ਕਿਉਂਕਿ ਮਾੜਿਆਂ ਦੇ ਨਾਲ ਮੇਰਾ ਬਹਿਣ ਖਲੋਣਾ ਹੈ। ਮੇਰੀ ਸੰਗਤ ਜਿਹੜੀ ਉਹ ਪੋਚ ਹੈ, ਉਹ ਮਾੜਿਆਂ ਦੇ ਨਾਲ ਹੈ, ਮੰਦਿਆਂ ਦੇ ਨਾਲ ਹੈ। ਮੇਰਾ ਕਰਮ ਕੁਟਿਲਤਾ ਜਨਮ ਕੁਭਾਂਤੀ, ਕੁੱਟ ਤੋਂ ਭਾਵ ਡਿੰਗੀ ਲੀਰ, ਕੁਟਿਲ ਭਾਵ ਵਿੰਗੀਆਂ ਚਾਲਾਂ ਚੱਲਣ ਵਾਲਾ। ਆਖਣ ਲੱਗੇ ਭਾਵ ਵਿੰਗੀਆਂ ਚਾਲਾਂ ਚੱਲਣ ਦਾ ਮੇਰਾ ਸੁਭਾਅ ਹੋ ਗਿਆ। ਮਾੜੀ ਸੰਗਤ ਵਿੱਚ ਰਹਿਣ ਕਰਕੇ ਮੈਂ ਸਿੱਧੇ ਰਾਹ ਨਹੀਂ ਚੱਲਦਾ, ਮੈਂ ਹੁਣ ਪੁੱਠੇ ਪੁੱਠੇ ਕਰਮ ਕਰਦਾ ਹੈ, ਮਾੜੇ ਮਾੜੇ ਪਾਸੇ ਧਿਆਨ ਦਿੰਦਾ, ਅਤੇ ਕੁਭਾਂਤੀ ਭਾਵ ਭੈੜੀ ਭਾਂਤ ਦਾ, ਨੀਵੀਂ ਕਿਸਮ ਦਾ ਮੇਰਾ ਜੀਵਨ ਜਿਹੜਾ ਹੈ ਉਹ ਹੋ ਗਿਆ। ਕਹਿਣ ਲੱਗੇ ਖੋਟ ਮੇਰਾ ਨਿੱਤ ਦਾ ਕਰਮ ਹੋ ਗਿਆ, ਤੇ ਮੇਰਾ ਜਨਮ ਵੀ ਨੀਵੀਂ ਜਾਤ ਵਿੱਚੋਂ ਹੈ, ਭਾਵ ਕਿ ਮਾੜੀ ਜਾਤ ਦੇ ਵਿੱਚੋਂ ਮੇਰਾ ਜਨਮ ਹੈ, ਜਿਹਨੂੰ ਸਮਾਜ ਬਹੁਤ ਨੀਵੀਂ ਸਮਝਦਾ ਹੈ। ਸਮਾਜ ਬਹੁਤ ਜਿਹੜੀ ਹੈ ਉਹ ਸ਼ੂਦਰ ਅਤੇ ਦਲਿਤ ਆਖਦਾ ਹੈ, ਮੈਨੂੰ ਸਮਾਜ ਮਾੜਾ ਕਹਿੰਦਾ, ਮੇਰੀ ਜਾਤ ਕਹਿੰਦੀ ਤੇਰੀ ਮਾੜੀ ਹੈ। ਕਹਿਣ ਲੱਗੇ ਮੇਰਾ ਖੋਟ ਮੇਰਾ ਜਿਹੜਾ ਨਿੱਤ ਕਰਮ ਹੋ ਗਿਆ। ਰਾਮ ਗੁਸਈਆ ਜੀ ਕੇ ਜੀਵਨ, ਹੇ ਮੇਰੇ ਰਾਮ, ਹੇ ਮੇਰੇ ਰਾਮ, ਹੇ ਧਰਤੀ ਦੇ ਸਾਈਂ, ਹੇ ਮੇਰੀ ਜਿੰਦ ਦੇ ਆਸਰੇ ਮੇਰੇ ਜੀਵਨਾ, ਮੋਹਿ ਨਾ ਵਿਸਾਰੋ ਮੈਂ ਜਨ ਤੇਰਾ, ਮੈਨੂੰ ਨਾ ਵਿਸਾਰੀ, ਮੈਨੂੰ ਭੁਲਾ ਨਾ ਦਈ, ਮੈਂ ਤੇਰਾ ਜਨ ਹਾਂ, ਮੈਂ ਤੇਰਾ ਸੇਵਕ ਹਾਂ, ਮੈਂ ਤੇਰਾ ਦਾਸ ਹਾਂ। ਰਹਾਉ ਮੇਰੀ ਹਰੋ ਬਿਪਤ ਜਨ ਕਰੋ ਸੁਭਾਈ, ਚਰਨ ਨ ਛਾਡਾਂ ਸਰੀਰ ਕਲ ਜਾਈ। ਕਹੁ ਰਵਿਦਾਸ ਪਰੋਂ ਤੇਰੀ ਸੰਭਾ, ਬੇਗ ਮਿਲੋ ਜਨ ਕਰਨਾ ਬਿਲੰਬਾ।
ਮੇਰੀ ਹਰੋ ਵਿਪਤ ਜਨ ਕਰੋ ਸੁਭਾਈ। ਹਰੋ ਭਾਵ ਹਰ ਦਿਓ, ਦੂਰ ਕਰ ਦਿਓ, ਮਿਟਾ ਦਿਓ ਕਿ ਹੇ ਪ੍ਰਭੂ ਮੇਰੀ ਇਹ ਵਿਪਤਾ ਕੱਟ, ਮੇਰੀ ਇਸ ਮੁਸ਼ਕਲ ਨੂੰ ਖਤਮ ਕਰ। ਜਨ ਕਰੋ ਸੁਭਾਈ, ਤੇ ਮੈਨੂੰ ਸੇਵਕ ਨੂੰ ਚੰਗੀ ਭਾਵਨਾ ਵਾਲਾ ਬਣਾ ਲੈ, ਸੁਭਾਅ ਵਾਲਾ ਬਣਾ ਲੈ, ਭਾਵ ਕਿ ਪ੍ਰੇਮ ਵਾਲੇ ਸੁਭਾਅ ਵਾਲਾ ਬਣਾ ਲੈ। ਚਰਨ ਨਾ ਛਾਡਾਂ ਸਰੀਰ ਕਲ ਜਾਏ। ਕਹਿਣ ਲੱਗੇ ਚਾਹੇ ਮੇਰੇ ਸਰੀਰ ਵਿੱਚੋਂ ਸੱਤਿਆ ਤਾਕਤ ਚਲੀ ਵੀ ਜਾਏ, ਮੁੱਕ ਵੀ ਜਾਏ, ਕਲ ਤੋਂ ਭਾਵ ਸੱਤਿਆ ਤਾਕਤ, ਕਿ ਜੇ ਮੇਰੇ ਸਰੀਰ ਵਿੱਚੋਂ ਤਾਕਤ ਮੁੱਕ ਵੀ ਜਾਏ ਤਾਂ ਵੀ ਮੈਂ ਤੇਰੇ ਚਰਨ ਨਹੀਂ ਛੱਡਾਂਗਾ, ਤੇਰੇ ਨਾਲ ਪਾਈ ਆਪਣੀ ਪ੍ਰੀਤ ਨੂੰ ਨਹੀਂ ਤੋੜਾਂਗਾ। ਕਹੁ ਰਵਿਦਾਸ ਪਰੋਂ ਤੇਰੀ ਸਾਂਭਾ। ਆਖਣ ਲੱਗੇ ਹੈ ਰਵਿਦਾਸ ਪ੍ਰਭੂ ਦੇ ਦਰ ਤੇ ਆਖ, ਹੇ ਪ੍ਰਭੂ ਮੈਂ ਤੇਰੀ ਸ਼ਰਨ ਪਿਆ ਹਾਂ, ਤੇਰੇ ਦਰ ਤੇ ਮੈਂ ਆਇਆ ਹਾਂ। ਬੇਗ ਮਿਲੋ ਜਨ ਕਰਨਾ ਬਿਲੰਬਾ। ਆਖਣ ਲੱਗੇ ਮੈਨੂੰ ਸੇਵਕ ਨੂੰ ਛੇਤੀ ਮਿਲੋ, ਬੇਗ ਤੋਂ ਭਾਵ ਛੇਤੀ, ਕਿ ਛੇਤੀ ਮਿਲੋ। ਕਰ ਨਾ ਬਿਲੰਬਾ, ਬਿਲੰਬਾ ਤੋਂ ਭਾਵ ਦੇਰ ਨਾ ਕਰੋ, ਲੇਟ ਨਾ ਕਰੋ, ਢਿੱਲ ਨਾ ਕਰੋ, ਮੈਨੂੰ ਛੇਤੀ ਮਿਲ, ਛੇਤੀ ਆਪਣੇ ਨਾਲ ਜਿਹੜਾ ਹੈ ਉਹ ਜੋੜਨਾ ਕਰ। ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਧੋ ਨਹੀਂ ਤੇ ਠਾਉ। ਨਾ ਤਸਵੀਸ ਖਿਰਾਜ ਨ ਮਾਲਾ, ਖੌਫ ਨ ਖਤਾ ਨ ਤਰਸ ਜਵਾਲ। ਬੇਗਮਪੁਰਾ ਸ਼ਹਿਰ ਕੋ ਨਾਉ, ਬੇਗਮਪੁਰਾ ਜਿੱਥੇ ਕੋਈ ਗਮ ਨਹੀਂ ਹੈ, ਇਹ ਕਿਸੇ ਥਾਂ ਦਾ ਨਾਮ ਨਹੀਂ ਹੈ, ਭਾਵ ਬੇਗਮ ਜਿੱਥੇ ਕੋਈ ਗਮ ਨਹੀਂ, ਜਿੱਥੇ ਕੋਈ ਚਿੰਤਾ ਨਹੀਂ, ਜਿੱਥੇ ਕੋਈ ਸੋਗ ਨਹੀਂ ਹੈ, ਜਿੱਥੇ ਕੋਈ ਦੁੱਖ ਨਹੀਂ ਹੈ। ਗਮ ਤੋਂ ਰਹਿਤ ਭਾਵ ਆਨੰਦ ਭਰਿਆ ਜੀਵਨ, ਚੜ੍ਹਦੀ ਕਲਾ ਵਾਲਾ ਜੀਵਨ, ਉਸ ਦੀ ਗੱਲ ਕਰ ਰਹੇ ਬਾਬਾ ਰਵਿਦਾਸ ਜੀ। ਕਹਿੰਦੇ ਬੇਗਮਪੁਰਾ ਸ਼ਹਿਰ ਕੋ ਨਾਉ, ਕਹਿੰਦੇ ਜਿਸ ਆਤਮਕ ਅਵਸਥਾ ਰੂਪ ਸ਼ਹਿਰ ਵਿੱਚ ਮੈਂ ਵਸਦਾ ਹਾਂ, ਭਾਵ ਜਿਹੜਾ ਮੇਰੇ ਅੰਦਰ ਆਨੰਦ ਬੇਗਮਪੁਰਾ ਬਣਿਆ ਹੋਇਆ ਨਾ, ਆਤਮਕ ਆਨੰਦ ਵਾਲਾ ਸ਼ਹਿਰ ਬਣਿਆ ਹੋਇਆ ਹੈ, ਉਸ ਸ਼ਹਿਰ ਦਾ ਨਾਮ ਹੈ ਬੇਗਮਪੁਰਾ। ਭਾਵ ਉਸ ਅਵਸਥਾ ਵਿੱਚ ਕੋਈ ਵੀ ਗਮ ਨੇੜੇ ਨਹੀਂ ਆ ਸਕਦਾ, ਕੋਈ ਵੀ ਦੁੱਖ ਵਿਕਾਰ ਨੇੜੇ ਨਹੀਂ ਆ ਸਕਦਾ। ਦੁਖ ਅੰਧੋ ਨਹੀਂ ਤੇ ਠਾਉ, ਕਹਿਣ ਲੱਗੇ ਅੰਧੋ ਭਾਵ ਚਿੰਤਾ ਫਿਕਰ। ਆਖਣ ਲੱਗੇ ਉਸ ਥਾਂ ਨਾ ਕੋਈ ਦੁੱਖ ਹੈ, ਨਾ ਚਿੰਤਾ, ਅਤੇ ਨਾ ਹੀ ਕੋਈ ਘਬਰਾਹਟ ਹੈ, ਨਾ ਤਸਵੀਸ ਖਿਰਾਜ ਨਾ ਮਾਲ। ਆਖਣ ਲੱਗੇ ਉੱਥੇ ਨਾ ਕੋਈ ਖਿਰਾਜ ਹੈ, ਖਿਰਾਜ ਤੋਂ ਭਾਵ ਟੈਕਸ, ਕਰ ਲੈਣਾ। ਪੁਰਾਣੇ ਸਮੇਂ ਦੇ ਵਿੱਚ ਕਰ ਲਿਆ ਜਾਂਦਾ ਸੀ ਨਾ, ਇਸ ਦੇਸ਼ ਦੇ ਵਿੱਚ ਜਦੋਂ ਫਿਰ ਲਾਗੂ ਹੋ ਗਿਆ ਸੀ ਮੁਗਲਾਂ ਦਾ ਰਾਜ, ਤੇ ਉਦੋਂ ਫਿਰ ਕੀ ਹੈ, ਕਰ ਲਿਆ ਜਾਂਦਾ ਸੀ ਕਿ ਹਿੰਦੂ ਹੈ ਜਿਹੜੇ ਉਹ ਸਾਰੇ ਉਹ ਟੈਕਸ ਦੇਣਗੇ। ਈਵਨ ਕਿ ਕਈ ਤਰ੍ਹਾਂ ਦੇ ਟੈਕਸ ਲਾਗੂ ਕੀਤੇ ਗਏ ਸੀ, ਜਾਂ ਦਲਿਤ ਆਦਿ ਸੀ ਉਹਨਾਂ 'ਤੇ ਵੀ ਕਈ ਤਰ੍ਹਾਂ ਦੇ ਟੈਕਸ ਕਰ ਲਾਗੂ ਹੁੰਦੇ ਸੀ। ਅੱਜ ਵੀ ਜਿਵੇਂ ਹੈ ਨੇ, ਪਰ ਅੱਜ ਉਹ ਕਹਿੰਦਾ ਭਾਵ ਥੋੜ੍ਹੇ ਜਿਹੇ ਹਾਈਡ ਰੂਪ ਦੇ ਵਿੱਚ ਚੱਲਦੇ ਹੈ ਸਾਰਿਆਂ ਦੇ ਉੱਤੇ। ਹੁਣ ਕਹਿਣ ਲੱਗੇ ਨਾ ਤਸਵੀਸ, ਤਸਵੀਸ ਭਾਵ ਸੋਚ ਘਬਰਾਹਟ, ਖਿਰਾਜ ਨਾ ਮਾਲ, ਖਿਰਾਜ ਭਾਵ ਟੈਕਸ। ਆਖਣ ਲੱਗੇ ਉੱਥੇ ਦੁਨੀਆ ਵਾਲੀ ਜਾਇਦਾਦ ਨਹੀਂ, ਅਤੇ ਨਾ ਹੀ ਉਸ ਜਾਇਦਾਦ ਨੂੰ ਕੋਈ ਟੈਕਸ ਹੈ, ਕੋਈ ਕਰ ਹੈ, ਕੋਈ ਮਸੂਲ ਹੈ। ਖੌਫ ਨਾ ਖਤਾ ਨਾ ਤਰਸ ਜਵਾਲ, ਕਹਿੰਦੇ ਉਸ ਅਵਸਥਾ ਵਿੱਚ ਖਤਾ ਭਾਵ ਦੋਸ਼ ਪਾਪ, ਕਹਿੰਦੇ ਕਿਸੇ ਪਾਪ ਕਰਮ ਕਰਨ ਦਾ ਖਤਰਾ ਨਹੀਂ। ਨਾ ਤਰਸ ਜਵਾਲ, ਨਾ ਕੋਈ ਡਰ ਹੈ ਤੇ ਕੋਈ ਗਿਰਾਵਟ ਵੀ ਨਹੀਂ ਹੈ। ਜਵਾਲ ਤੋਂ ਭਾਵ ਜਵਾਲ ਘਾਟਾ ਪੈਣਾ, ਕਹਿੰਦੇ ਨਾ ਉੱਥੇ ਘਾਟੇ ਦਾ ਡਰ ਹੈ, ਨਾ ਉੱਥੇ
ਜਿਹੜਾ ਹੈ ਤਰਸ ਹੈ, ਭਾਵ ਡਰ ਹੈ, ਕੋਈ ਕਿਸੇ ਗੱਲ ਦੀ ਫਿਕਰ ਚਿੰਤਾ ਨਹੀਂ ਹੈ। ਜਿਹੜੀ ਅਵਸਥਾ ਰੂਪ ਸ਼ਹਿਰ ਮੇਰੇ ਜੀਵਨ ਦੇ ਵਿੱਚ, ਮੇਰੇ ਹਿਰਦੇ ਦੇ ਵਿੱਚ ਬਣ ਗਿਆ ਹੈ, ਭਾਵ ਇਸ ਬੇਗਮਪੁਰੇ ਦੇ ਵਿੱਚ ਦੁਨੀਆ ਦੇ ਵਿੱਚ ਤਾਂ ਹੋ ਸਕਦਾ ਹੈ ਕਿ ਜ਼ਮੀਨ ਹੋਏਗੀ, ਕੁਝ ਵਸਤ ਖਰੀਦਾਂਗੇ, ਕੁਝ ਉਹਦੇ ਵਿੱਚ ਖੇਤੀ ਕਰਾਂਗੇ ਤਾਂ ਟੈਕਸ ਲੱਗੇਗਾ। ਕਹਿਣ ਲੱਗੇ ਪਰ ਜੋ ਮੇਰੇ ਅੰਦਰ ਖੇਤੀ ਬਣ ਗਈ ਹੈ ਨਾ, ਜੋ ਮੇਰੇ ਅੰਦਰ ਸ਼ਹਿਰ ਬਣ ਗਿਆ ਹੈ, ਇਹਦੇ ਤੇ ਕੋਈ ਜ਼ਮੀਨ ਜਾਇਦਾਦ ਦੀ ਜ਼ਰੂਰਤ ਨਹੀਂ ਤੇ ਕੋਈ ਇਹ 'ਤੇ ਟੈਕਸ ਨਹੀਂ। ਇਹ ਬੇਗਮਪੁਰਾ ਸ਼ਹਿਰ ਜਿਹੜਾ ਹੈ ਉਹ ਬਣ ਚੁੱਕਾ ਹੈ। ਆਪ ਮੋਹਿ ਖੂਬ ਵਤਨ ਗਹਿ ਪਾਈ, ਊਹਾ ਖੈਰ ਸਦਾ ਮੇਰੇ ਭਾਈ। ਰਹਾਉ ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮ ਨਸੀਮ ਏਕ ਸੋ ਆਹੀ। ਆਬਾ ਦਾਨ ਸਦਾ ਮਸ਼ਹੂਰ, ਊਹਾ ਗਨੀ ਬਸਹਿ ਮਾਮੂਰ। ਆਪ ਮੋਹਿ ਖੂਬ ਵਤਨ ਗਹਿ ਪਾਈ। ਆਖਣ ਲੱਗੇ ਵਤਨ ਗਹਿ ਭਾਵ ਵਤਨ ਦੀ ਥਾਂ, ਰਹਿਣ ਦੀ ਥਾਂ ਮੈਂ ਪ੍ਰਾਪਤ ਕਰ ਲਈ ਹੈ ਕਿ ਇਹ ਮੇਰੇ ਵੀਰ, ਇਹ ਭਾਈ, ਹੁਣ ਮੈਂ ਵਸਣ ਲਈ ਸੋਹਣੀ ਥਾਂ ਲੱਭ ਲਈ ਹੈ। ਭਾਵ ਆਪਣੇ ਹਿਰਦੇ ਦੇ ਵਿੱਚ ਹੀ ਮੇਰਾ ਸ਼ਹਿਰ ਬਣ ਗਿਆ, ਜਿੱਥੇ ਮੈਂ ਅੰਦਰ ਹੀ ਟਿਕਿਆ ਹੋਇਆ ਹੈ। ਊਹਾਂ ਖੈਰ ਸਦਾ ਮੇਰੇ ਭਾਈ, ਕਿ ਹੀ ਮੇਰੇ ਭਾਈ, ਉੱਥੇ ਸਦਾ ਹੀ ਸਦਾ ਖੈਰ ਹੈ, ਸਦਾ ਹੀ ਸਦਾ ਆਨੰਦ ਹੈ, ਸਦਾ ਹੀ ਸਦਾ ਸੁੱਖ ਹੈ, ਉੱਥੇ ਦੁੱਖ ਨਹੀਂ ਹੈ। ਬੇਗਮਪੁਰਾ ਸ਼ਹਿਰ ਬਣ ਗਿਆ ਹੈ। ਕਾਇਮ ਦਾਇਮ ਸਦਾ ਪਾਤਸ਼ਾਹੀ। ਕਾਇਮ ਤੇ ਦਾਇਮ, ਕਾਇਮ ਤੋਂ ਭਾਵ ਸਦਾ ਸਥਿਰ ਰਹਿਣ ਵਾਲੀ, ਤੇ ਦਾਇਮ ਤੋਂ ਭਾਵ ਵੀ ਸਦਾ। ਆਖਣ ਲੱਗੇ ਉਹ ਆਤਮਿਕ ਅਵਸਥਾ ਇੱਕ ਐਸੀ ਹੈ, ਐਸੀ ਪਾਤਸ਼ਾਹੀ ਹੈ ਜੋ ਸਦਾ ਹੀ ਟਿਕੀ ਰਹਿਣ ਵਾਲੀ ਹੈ। ਭਾਵ ਮੇਰੇ ਆਤਮਿਕ ਜੀਵਨ ਮੇਰਾ ਇਹੋ ਜਿਹਾ ਬਣ ਗਿਆ ਹੈ ਕਿ ਉਹ ਕਾਇਮ ਦਾਇਮ ਹੈ, ਉਹਦੇ 'ਚ ਕਦੇ ਕੋਈ ਖੜੋਤ, ਕਦੇ ਕੋਈ ਜਿਹੜੀ ਹੈ ਰੁਕਾਵਟ ਆਉਣ ਵਾਲੀ ਨਹੀਂ, ਉਹ ਸਦਾ ਹੀ ਕਾਇਮ ਰਹਿਣ ਵਾਲੀ ਹੈ। ਦੋਮ ਨਾ ਸੇਮ ਏਕ ਸੋ ਆਹੀ। ਆਖਣ ਲੱਗੇ ਉੱਥੇ ਕਿਸੇ ਦਾ ਦੂਜਾ ਤੀਜਾ ਦਰਜਾ ਨਹੀਂ ਹੈ। ਦੋਮ ਨਾ ਸੇਮ, ਕਿ ਦੋਮ ਸੇਮ ਭਾਵ ਦੂਜਾ ਤੀਜਾ ਦਰਜਾ ਨਹੀਂ ਹੈ। ਉੱਥੇ ਸਾਰੇ ਏਕ ਸੋ ਆਹੀ, ਇੱਕੋ ਜਿਹੇ ਹੈ ਸਾਰੇ। ਆਹੀ ਤੋਂ ਭਾਵ ਹਨ ਕਿ ਉੱਥੇ ਸਾਰੇ ਇੱਕੋ ਜਿਹੇ ਹੈ, ਕਿਸੇ ਦਾ ਕੋਈ ਦਰਜਾ ਵੱਡਾ ਛੋਟਾ ਨਹੀਂ। ਜਿਵੇਂ ਦੁਨੀਆ ਦੇ ਵਿੱਚ ਦਰਜੇ ਬਣ ਗਏ ਸਨ ਕਿ ਐਸ ਵਰਨ ਵਾਲਾ ਸਭ ਤੋਂ ਉੱਚਾ ਹੈ, ਫਿਰ ਦੂਜੀ ਜਾਤ ਵਾਲਾ ਇੰਜ ਹੈ, ਫਿਰ ਤੀਜੀ ਜਾਤ ਆ ਹੈ, ਤੇ ਚੌਥੀ ਜਾਤ ਵਾਲੇ ਬਿਲਕੁਲ ਨੀਵੇਂ ਹੈ, ਤੇ ਉਸ ਤੋਂ ਬਾਅਦ ਤਾਂ ਜਿਹੜੇ ਹੈਗੇ ਉਹਨਾਂ ਦੀ ਕੋਈ ਗਿਣਤੀ ਨਹੀਂ। ਕਹਿਣ ਦਾ ਭਾਵ ਕਹਿੰਦੇ ਦੁਨੀਆ ਵਾਲੇ ਦਰਜੇ ਦਾ ਉੱਥੇ ਕੋਈ ਚੱਕਰ ਨਹੀਂ, ਉੱਥੇ ਸਾਰੇ ਇੱਕੋ ਜਿਹੇ ਹੀ ਨੇ। ਆਬਾ ਦਾਨ ਸਦਾ ਮਸ਼ਹੂਰ। ਆਬਾ ਦਾਨ ਆਬਾਦ, ਵਸਦਾ ਹੋਇਆ। ਆਖਣ ਲੱਗੇ ਉਹ ਸ਼ਹਿਰ ਸਦਾ ਉੱਗਾ ਅਤੇ ਵਸਦਾ ਹੈ, ਭਾਵ ਉਹ ਮਸ਼ਹੂਰ ਹੈ ਕਿ ਉੱਥੇ ਜੀਵਨ ਸਦਾ ਹੀ ਅਟਲ ਰਹਿੰਦਾ ਹੈ। ਊਹਾਂ ਗਨੀ ਬਸੈ ਮਾਮੂਰ। ਮਾਮੂਰ ਭਾਵ ਜਿਹੜੇ ਰੱਜੇ ਪੁੱਜੇ ਹੋਏ ਹੈ, ਜਿਹੜੇ ਤ੍ਰਿਪਤ ਹੋਏ ਹੈ, ਜਿਹੜੇ ਨੇ ਉਹ ਦੁਨੀਆ ਦੇ ਵੱਲੋਂ, ਪਦਾਰਥਾਂ ਦੇ ਵੱਲੋਂ ਰੱਜ ਗਏ ਨੇ। ਆਖਣ ਲੱਗੇ ਗਨੀ ਤੋਂ ਭਾਵ ਧਨਾੜ, ਧਨੀ, ਕਿ ਉੱਥੇ ਧਨੀ ਤੇ ਰੱਜੇ ਹੋਏ ਮਨੁੱਖ ਵਸਦੇ ਹਨ। ਭਾਵ ਉਸ ਆਤਮਿਕ ਦਰਜੇ ਤੇ ਜੋ ਪਹੁੰਚਦੇ ਨੇ ਉਹਨਾਂ ਦੇ ਅੰਦਰ ਕੋਈ ਵਿਤਕਰਾ ਨਹੀਂ ਰਹਿੰਦਾ। ਊਚ ਨੀਚ, ਭੇਦ ਭਾਵ, ਛੂਤ ਛਾਤ, ਜਾਤ ਪਾਤ, ਕੋਈ ਭੇਦ ਭਾਵ ਨਹੀਂ ਰਹਿੰਦਾ। ਉਹਨਾਂ ਨੂੰ ਦੁਨੀਆ ਦੀ ਵੀ ਕੋਈ ਭੁੱਖ ਨਹੀਂ ਰਹਿੰਦੀ ਹੈ। ਤਿਉਂ ਤਿਉਂ ਸੈਲ ਕਰਹਿ ਜਿਉ ਭਾਵੈ, ਮਹਰਮ ਮਹਿਲ ਨ ਕੋ ਅਟਕਾਵੈ। ਕਹਿ ਰਵਿਦਾਸ ਖਲਾਸ ਚੁਮਾਰਾ, ਜੋ ਹਮ ਸ਼ਹਿਰੀ ਸੁਮੀਤ ਹਮਾਰਾ।
त्यों त्यों सैल करहें ज्यों भावै। सैल करें भाव मन मर्जी नाल तुरदे फिरदे है। आखन लगे उस आत्मक शहर विच बेगमपुरे दे विच अपड़े होए मनुख ने जिहड़े उस आनंद विच भाव सदा ही आनंद नाल विचरदे है। जिवें मालक नूं चंगा लगदा ना उवें ही रहिंदे है। ਉਹਨਾਂ ਨੂੰ ਮਾਲਕ ਦੇ ਭਾਣੇ ਦੀ ਸਮਝ ਐ, ਇਸ ਕਰਕੇ ਉਹ ਆਪਣੀ ਮਰਜ਼ੀ ਦੇ ਨਾਲ ਆਨੰਦ ਦੇ ਵਿੱਚ ਰਹਿੰਦੇ ਐ ਜਿਵੇਂ ਉਹ ਮਾਲਕ ਨੂੰ ਭਾਉਂਦਾ ਹੈ। ਮਹਿਰਮ ਮਹਿਲ ਨ ਕੋ ਅਟਕਾਵੇ। ਮਹਿਰਮ ਵਾਕਿਫ ਆਖਣ ਲੱਗੇ ਕਿ ਉਹ ਉਸ ਰੱਬੀ ਮਹਿਲ ਦੇ ਭੇਤੀ ਹੁੰਦੇ ਨੇ, ਇਸ ਵਾਸਤੇ ਕੋਈ ਵੀ ਉਹਨਾਂ ਦੇ ਰਾਹ ਵਿੱਚ ਅਟਕ ਨਹੀਂ ਪਾ ਸਕਦਾ, ਕੋਈ ਵੀ ਰੋਕ ਨਹੀਂ ਪਾ ਸਕਦਾ। ਜਿਹੜੇ ਮਾਲਕ ਦੇ ਦਰ ਘਰ ਦੇ ਭੇਤੀ ਹੋ ਜਾਂਦੇ ਹੈ ਨਾ, ਮਾਲਕ ਦੀ ਰਜ਼ਾ ਤੋਂ ਜਾਣੂ ਹੋ ਜਾਂਦੇ ਹੈ, ਫਿਰ ਦੁਨੀਆ ਵਾਲਾ ਕੋਈ ਡਰ, ਦੁਨੀਆ ਵਾਲੀ ਕੋਈ ਗੱਲਬਾਤ ਉਹਨਾਂ ਨੂੰ ਅਟਕਾ ਨਹੀਂ ਸਕਦੀ, ਉਹਨਾਂ ਨੂੰ ਰੋਕ ਨਹੀਂ ਸਕਦੇ। ਉਹ ਸਦਾ ਹੀ ਫਿਰ ਉਹ ਮਾਲਕ ਦੇ ਵਿੱਚ ਜੁੜੇ ਰਹਿੰਦੇ ਹੈ। ਕਹਿ ਰਵਿਦਾਸ ਖਲਾਸ ਚੁਮਾਰਾ। ਖਲਾਸ ਭਾਵ ਜਿਨੇ ਖਲਾਸੀ ਪਾ ਲਈ ਇਸ ਦੁਨੀਆ ਤੋਂ। ਆਖਣ ਲੱਗੇ ਕਹਿ ਰਵਿਦਾਸ ਖਲਾਸ ਚੁਮਾਰਾ। ਕਹਿੰਦੇ ਚਮਿਆਰ ਰਵਿਦਾਸ ਆਖਦਾ ਹੈ ਕਿ ਜੋ ਹਮ ਸ਼ਹਿਰੀ ਸੋ ਮੀਤ ਹਮਾਰਾ, ਕਿ ਸਾਡਾ ਮਿੱਤਰ ਉਹੀ ਹੈ, ਸਾਡਾ ਸ਼ਹਿਰੀ ਉਹੀ ਹੈ, ਸਾਡਾ ਸਤਸੰਗੀ ਉਹੀ ਹੈ ਜਿਸ ਨੇ ਦੁੱਖ ਅਤੇ ਤਸਵੀਸ ਆਦਿ ਤੋਂ ਖਲਾਸੀ ਪ੍ਰਾਪਤ ਕਰ ਲਈ ਹੈ। ਕਹਿਣ ਤੋਂ ਭਾਵ ਹੁਣ ਬਾਬਾ ਰਵਿਦਾਸ ਜੀ ਨੂੰ ਚਮੜੇ ਦਾ ਕੰਮ ਕਰਦੇ ਹੈ, ਚੰਮ ਦਾ ਕੰਮ ਕਰਦੇ, ਉਹਨਾਂ ਦੀ ਕਿਰਤ ਹੈ। ਇਸ ਕਰਕੇ ਹੁਣ ਕਿਰਤ ਕਰਕੇ ਉਹਨਾਂ ਦਾ ਨਾਂ ਹੀ ਉਹ ਪਾਤਾ ਕਿ ਚੰਮ ਦਾ ਕੰਮ ਕਰਨ ਵਾਲਾ ਮਨੁੱਖ ਆ ਹੁੰਦਾ ਹੈ। ਉਹ ਇਸ ਕਰਕੇ ਕਹਿੰਦੇ ਕਿ ਠੀਕ ਹੈ, ਮੇਰਾ ਕੰਮ ਮੇਰੀ ਪਹਿਚਾਣ ਹੈ। ਕਹਿੰਦੇ ਫਿਰ ਰਵਿਦਾਸ ਚਮਿਆਰ ਹੀ ਇਹ ਗੱਲ ਕਹਿ ਰਿਹਾ ਹੈ ਕਿ ਸਾਡਾ ਤੇ ਫਿਰ ਮਿੱਤਰ ਵੀ ਉਹੀ ਹੈ, ਸਾਡਾ ਸ਼ਹਿਰੀ ਵੀ ਉਹੀ ਹੈ, ਸਾਡਾ ਗ੍ਰਾਮੀ ਵੀ ਉਹੀ ਹੈ ਜਿਨਨੇ ਆ ਦੁਨੀਆ ਵਾਲੇ ਚੰਮ ਤੋਂ ਤੇ ਦੁਨੀਆ ਵਾਲੇ ਦੁੱਖ ਆਦਿਕ ਤੋਂ, ਘਬਰਾਹਟ ਤੋਂ, ਡਰ ਤੋਂ ਖਲਾਸੀ ਪਾ ਲਈ ਹੈ, ਛੁਟਕਾਰਾ ਪ੍ਰਾਪਤ ਕਰ ਲਿਆ ਹੈ। ਕਿਉਂਕਿ ਅਸੀਂ ਕਈ ਵਾਰ ਸ਼ਬਦਾਂ ਦੇ ਵਿੱਚ ਫਸ ਕੇ ਰਹਿ ਜਾਂਦੇ, ਸ਼ਬਦਾਂ ਦੇ ਕਰਕੇ ਬਹੁਤ ਦੁਨਿਆਵੀ ਤੌਰ 'ਤੇ ਅਜਿਹੀਆਂ ਗੱਲਾਂ ਹੋ ਜਾਂਦੀਆਂ। ਕਈ ਵਾਰ ਕਿਸੇ ਨੂੰ ਨੀਚ ਕਹਿਣ ਵਾਸਤੇ ਵੀ ਅਜਿਹੇ ਸ਼ਬਦ ਵਰਤ ਲਏ ਜਾਂਦੇ ਹੈ। ਯਾਦ ਰੱਖੋ, ਸਾਡੇ ਕਰਮ ਹੀ ਸਾਡੀ ਪਹਿਚਾਣ ਹੁੰਦੇ ਹੈ। ਜਿਹੜਾ ਬੰਦਾ ਝੂਠ ਮਾਰਦਾ ਹੋਵੇ ਨਾ, ਉਹਦਾ ਨਾਂ ਝੂਠਾ ਹੀ ਪੈ ਜਾਂਦਾ ਹੈ। ਜਿਹੜਾ ਬੰਦਾ ਕਸਾਈ ਪੁਣੇ ਦਾ ਕੰਮ ਕਰਦਾ ਨਾ, ਉਹਨੂੰ ਲੋਕ ਕਸਾਈ ਕਹਿੰਦੇ ਆ, ਉਹ ਹੋਰ ਨਹੀਂ ਕੁਝ ਕਹਿੰਦੇ, ਉਹਦਾ ਨਾਂ ਭਾਵੇਂ ਨਾ ਜਾਂਦਾ, ਕਸਾਈ ਰਹਿੰਦਾ ਉੱਥੇ। ਇਸ ਕਰਕੇ ਜਿਹੜਾ ਕਿਸਾਨੀ ਕਰਦਾ, ਖੇਤੀ ਕਰਦਾ, ਉਹਨੂੰ ਕਿਸਾਨ ਕਿਹਾ ਜਾਂਦਾ ਹੈ। ਜਿਹੜਾ ਮਨੁੱਖ ਵਕਾਲਤ ਕਰਦਾ ਉਹਨੂੰ ਲੋਕ ਵਕੀਲ ਹੀ ਕਹਿੰਦੇ ਆ, ਐਡਵੋਕੇਟ ਹੀ ਕਹਿੰਦੇ ਆ। ਜਿਹੜਾ ਕੋਈ ਹੋਰ ਕਿਸੇ ਮਹਿਕਮੇ ਦੇ ਵਿੱਚ, ਉਹਨੂੰ ਉਸ ਤਰੀਕੇ ਦੇ ਨਾਲ ਕਿ ਫਲਾਣਾ ਜਾਂਦਾ, ਫਲਾਣਾ ਕਹਿਣ ਦਾ ਭਾਵ ਉਸੇ ਮਹਿਕਮੇ ਦੇ ਉਸੇ ਤਰੀਕੇ ਦੇ ਨਾਲ। ਹੁਣ ਬਾਬਾ ਰਵਿਦਾਸ ਜੀ ਚੰਮ ਦਾ ਕੰਮ ਕਰਦੇ ਹੈ, ਇਸ ਕਰਕੇ ਉਹਨਾਂ ਨੂੰ ਚੰਮ ਦਾ ਕੰਮ ਕਰਨ ਵਾਲਾ ਕਿਹਾ ਜਾਂਦਾ ਕਿ ਚੰਮ ਦਾ ਕੰਮ ਕਰਨ ਵਾਲਾ ਹੈ। ਕਹਿਣ ਦਾ ਭਾਵ ਹਰ ਇੱਕ ਦੀ ਕਰਮ ਹੀ ਕੀ ਹੈ, ਉਹਦਾ ਹੀ ਪਛਾਣ ਬਣ ਜਾਂਦੀ ਹੈ। ਕੋਈ ਹੁਣ ਕਵਾੜ ਦਾ ਕੰਮ ਕਰਦਾ ਹੈ, ਉਹਨੂੰ ਕੋਈ ਨਾਂ ਲੈ ਕੇ ਬੁਲਾਉਂਦਾ, ਕਹਿੰਦੇ ਕਵਾੜੀ ਹੈ। ਕਹਿਣ ਦਾ ਭਾਵ ਉਹ ਟੁੱਟੀਆਂ ਫੁੱਟੀਆਂ ਵਸਤੂਆਂ ਕਵਾੜ ਦੀਆਂ ਲੈ ਕੇ ਉਹ ਆਪਣਾ ਕਿੱਤਾ ਕਰਦਾ ਹੈ, ਪਰ ਉਹਨੂੰ ਕਿਹਾ ਉਸ ਤਰ੍ਹਾਂ ਜਾਂਦਾ ਹੈ। ਖੈਰ ਇਸੇ ਤਰ੍ਹਾਂ ਹੀ ਵੱਖਰੇ ਵੱਖਰੇ ਨਾਂ ਹੈ। ਹੁਣ ਬਾਬਾ ਰਵਿਦਾਸ ਜੀ ਨੂੰ ਇਵੇਂ ਆਖਿਆ ਜਾਂਦਾ ਹੈ, ਕਹਿਣ ਲੱਗੇ ਮੇਰਾ ਕਰਮ ਮੇਰੀ ਪਛਾਣ ਹੈ, ਇਸ ਕਰਕੇ ਫਿਰ ਕੀ ਹੋ ਗਿਆ। ਰਹਿਮਤ ਕਰਨ ਸਤਿਗੁਰੂ ਜੀ, ਹੋਈਆਂ ਭੁੱਲਾਂ ਦੀ ਖਿਮਾ। ਫਤਿਹ ਪ੍ਰਵਾਨ ਕਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।